अस्सलाम वालेकुम जी, ਪੈਟ ਗੁਰੂ ਜਾਨ ਤੋਂ ਤੁਹਾਨੂੰ ਮੈਂ ਖੁਸ਼ ਆਮਦੀਦ ਕਹਿੰਦਾ ਤੇ ਉਮੀਦ ਕਰਦਾ ਹਾਂ ਸਾਰੇ ਦੋਸਤ ਖੈਰ ਖੈਰੀਅਤ ਨਾਲ ਹੋਗੇ। ਦੋਸਤੋ ਅੱਜ ਅਸੀਂ ਮੌਜੂਦ ਹਾਂ ਬਵਾਨੇ ਦੇ ਇੱਕ ਕਰੀਬੀ ਗਾਉਂ ਦੇ ਵਿੱਚ, ਨੌਸ਼ਹਿਰਾ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਮੇਰੇ ਨਾਲ ਮੌਜੂਦ ਨੇ ਅਜਾਜ਼ ਸਾਹਿਬ। ਤੇ ਆਈਏ ਨਾਲ ਜਾਣਦੇ ਹਾਂ ਕਿ ਇਹਨਾਂ ਨੇ ਬੋਲੀ ਦਾ ਆਪਣਾ ਸ਼ੌਕ ਜਿਹੜਾ ਵਾ ਉਹ ਕਿਰੋਂ ਤੋਂ ਸ਼ੁਰੂ ਕੀਤਾ ਤੇ ਬਾਕੀ ਸਿਲਸਿਲਾਕਾਰ ਕਿਸ ਤਰ੍ਹਾਂ ਚੱਲ ਰਿਹਾ। अस्सलाम वालेकुम जी। जी वालेकुम सलाम। ਸਰ ਕੀ ਹਾਲ ਚਾਲ ਹੈ? जी ठीक ठाक शुक्र अल्लाह पाक दा। ਸਰ ਸਭ ਤੋਂ ਪਹਿਲਾਂ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਬੋਲੀ ਦਾ ਸ਼ੌਕ ਜਿਹੜਾ ਵਾ ਇਹ ਕਿਰੋਂ ਤੋਂ ਸ਼ੁਰੂ ਕੀਤਾ ਤੇ ਕਿਸ ਤਰ੍ਹਾਂ ਤੁਹਾਡਾ ਜਿਹੜਾ ਸ਼ੌਕ ਹੈ ਹਾਲੇ ਤੱਕ ਜਾ ਰਿਹਾ? जी साढ़े को अगे भी बचपन तो ही कुत्ते आन, पहले भी आन साढ़े को, ठीक है। वो नस्ल साढ़े को ख़त्म हो गई, देसी बोली आन। तो उस तो बाद मुड़ मैं शौक की मैं रखने लगे। तकरीबन छोटा ही से पढ़ता ही मैं जिस टाइम मैं शौक स्टार्ट किया तो रखने शुरू किए जी। ਜ਼ਬਰਦਸਤ ਹੈ ਜੀ। ਤੇ ਮੈਨੂੰ ਥੋੜ੍ਹਾ ਜਿਹਾ ਦੱਸਦੇ ਜਾਓ ਬੋਲੀ ਦੇ ਬਾਰੇ ਦੇ ਵਿੱਚ ਕਿ ਬੋਲੀ ਦਾ ਜਿਹੜਾ ਵਾ ਬੇਸਿਕਲੀ ਪਾਕਿਸਤਾਨ ਦੇ ਵਿੱਚ ਕਿਸ ਜਗ੍ਹਾ 'ਤੇ ਤੁਸੀਂ ਜਿਹੜੀ ਆ ਚੈਨ ਚਲਾ ਰਹੇ ਹੋ? ਤੁਹਾਡੇ ਯਾਰ ਦੋਸਤ ਕਿਸ ਜਗ੍ਹਾ ਦੇ ਉੱਤੋਂ ਜਿਹੜੀ ਆਪਸ 'ਚ ਦੀ ਚੈਨ ਹੈ? जी बड़े जगह ते हैं साई वाले ते अपने दोस्त हैं चीमे जोनी चीमा ਜੀ ਜੀ। ते बाकी एक चाचा बैठा है बाहर सऊदी है। तो इस तरह करके जड़ा है ना होर भी काफ़ी दोस्त हैं जेह्ड़े मतलब बिच गिन ही नहीं सकदा, क्योंकि काफ़ी एक मतलब इकल्ले बंदे दा शौक नहीं है जी। काफ़ी बंदे दोस्त बिरा नाल हैं जिन्हां दी हेल्प नाल शौक कर रहे हैं जी। ਤੇ ਸਰ ਥੋੜ੍ਹਾ ਜਿਹਾ ਮੈਨੂੰ ਦੱਸਦੇ ਜਾਓ ਕਿ ਅੱਜ ਕੱਲ੍ਹ ਨਾ ਸਾਡੇ ਦੋਸਤ ਜਿਹੜੇ ਬਾਬ ਨੇ ਅਕਸਰ ਨਵਾਂ ਸ਼ੌਕ ਕਰਦੇ ਨੇ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਹੀ ਹੁੰਦਾ ਵਾ ਕਿ ਜੀ ਬੋਲੀ ਦਾ ਸ਼ੌਕ ਬਹੁਤ ਮਹਿੰਗਾ, ਬਹੁਤ ਐਕਸਪੈਂਸਿਵ ਆ ਜੀ, ਇਹ ਅਫੋਰਡ ਨਹੀਂ ਕਰ ਸਕਦੇ। ਇੱਕ ਟਾਈਮ ਦੀਆਂ ਜਿਹੜੀਆਂ ਉਹ 25 ਰੋਟੀਆਂ 20 ਰੋਟੀਆਂ ਖਾ ਜਾਂਦਾ ਤੇ ਪਤਾ ਨਹੀਂ ਕਿੰਨੇ ਗਲੂਕੋਜ਼ ਖਾ ਜਾਂਦਾ। ਤੇ ਥੋੜ੍ਹਾ ਜਿਹਾ ਮੈਨੂੰ ਇਸ ਬਾਰੇ ਦੱਸਦੇ ਜਾਓ ਕਿ ਬੋਲੀ ਦੀ ਖੁਰਾਕ ਦੇ ਬਾਰੇ ਦੇ ਵਿੱਚ ਕਿ ਤੁਸੀਂ ਕੀ ਇਹਨੂੰ ਪਾ ਰਹੇ ਹੋ ਤੇ ਕਿੰਨਾ ਕੁ ਲੋਕਾਂ ਦੀ ਗੱਲ ਦੇ ਵਿੱਚ ਸੱਚਾਈ ਹੈ? जी इस तरह है तकरीबन इतनी तो नहीं खर्चा इन्हों का, तो शौक होवे तो फिर खर्चा भी करना पैंदा है, जहरी गल है। तो बाकी अल्लाह खैर करे कोई ना इतना खर्चा खुर्चा नहीं, एवं लोग बस चलते नो। तो ये साढ़े एक पंजाब का शौक शिकार है, इस तो मतलब बाहर भी साढ़े कुत्ते जाते तो पाकिस्तान नहीं सदे नो, ठीक है ना। तो असी कोई नहीं इतना खर्चा, बस 2-3 रोटियां सुबह खाते हैं तो कुछ दोपहर को पा दिता, नाल 2 रोटी होगी, मतलब इस तरह करके ला के कर दिता। तो बाकी कोई शाम को 3-4 रोटियां। तो बाकी गोश्त अगर कुत्ता तैयारी श्यारी लगे तो फिर मुड़ थोड़ा बाला खर्चा ज़्यादा हो जाता है। जगह रोज तुम शौकिया तौर डेरे ते रखो, राखी भी कर देन, लड़ाना चाहे तो लड़ाओ जिमें मर्जी करो। इन्होंने बहुत अच्छी ब्रीड है तो कोई नहीं इतना खर्चा काफ़ी इन्हों का। ਤੇ ਸਰ ਗਰਮੀਆਂ ਤੇ ਸਰਦੀਆਂ ਦੀ ਖੁਰਾਕ ਦੇ ਬਾਰੇ 'ਚ ਮੈਨੂੰ ਥੋੜ੍ਹਾ ਜਿਹਾ ਦੱਸਦੇ ਜਾਓ ਕਿ ਗਰਮੀਆਂ ਦੇ ਵਿੱਚ ਤੁਸੀਂ ਕੁੱਤਾ ਜ਼ਾਹਿਰ ਜੀ ਗੱਲ ਹੈ, ਗਰਮੀ ਹੁੰਦੀ ਹਰ ਜਾਨਵਰ ਇਨਸਾਨ ਵੀ ਮਤਲਬ ਤਕਰੀਬਨ ਖਾਣਾ ਪੀਣਾ ਜਿਹੜਾ ਨਾਰਮਲ ਕਰ ਜਾਂਦੇ ਕਿਉਂਕਿ ਗਰਮੀ ਦੀ ਵਜ੍ਹਾ ਦੇ ਉੱਤੋਂ। ਹਾਂਜੀ। ਤੇ ਇਹਨਾਂ ਜਾਨਵਰਾਂ ਨੂੰ ਗਰਮੀ ਦੇ ਵਿੱਚ ਤੇ ਤੁਸੀਂ ਸਰਦੀ ਦੇ ਵਿੱਚ ਕੀ ਦੋਵਾਂ ਖੁਰਾਕਾਂ ਦਾ ਫਰਕ ਪਾਉਂਦੇ ਹੋ? जी गर्मी सानू असी दुध की कच्ची बना के पीने, यानी कि अद्धा किलो दुध दे अद्धे विच मतलब पानी पाना है, कच्ची लस्सी बना के ना तो वो असी पा रहे हैं। रोटी छोटी है फिर घट खाते हैं, नाल कोई ठंडे सिरप सुरप लै ले डॉक्टर के मशवरे नाल, वो नाल इन्हों दिते शिते। तो इस तरह करके नाले दिहाड़ी च तकरीबन 2 टाइम 3 टाइम असी कुत्ते नवाइंदे हैं, ठीक है। तो फिर ठंडी जगह ते रेत सट के ठंडी जगह ते इन्होंने बाना छाना पौंदा है। तो जो सर्दी आंदियां मोड़े फिर खुराक थोड़ी जी ज़्यादा खाते हैं, क्योंकि सर्दी दे मतलब सैट रहते हैं। तो नाले सर्दियों च वैसे मुड़े इन्हों की लड़ाइयाँ छड़ाई भी होंदियां, उस नाल तैयारी भी करनी पौंदी है, खुराक भी देनी पौंदी है, ठीक है। ਜ਼ਬਰਦਸਤ ਜੀ, ਮਾਸ਼ਾਅੱਲਾ ਬੜੀ ਅੱਛੀ ਗੱਲ ਕੀਤੀ ਹੈ ਕਿ ਅਕਸਰ ਲੋਕਾਂ ਦੇ ਜ਼ਿਹਨ ਦੇ ਵਿੱਚ ਸਾਡੇ ਦੇ ਵਿੱਚ ਕਮੈਂਟ ਕਰਦੇ ਨੇ ਦੋਸਤ ਤੁਹਾਡੇ ਵਿੱਚੋਂ ਕਈ ਕਿ ਮਤਲਬ ਜਿਹੜੇ ਦੇਸੀ ਹੁੰਦੇ ਨੇ ਇਹਨਾਂ ਦੀ ਕੋਈ ਏਡੀ ਟੇਕ ਕੇਅਰ ਨਹੀਂ ਕੀਤੀ ਜਾਂਦੀ, ਇਹਨਾਂ ਦੀ ਕੋਈ ਮਤਲਬ ਏਡੀ ਸਾਂਭ ਨਹੀਂ ਕੀਤੀ ਜਾਂਦੀ। ਲੇਕਿਨ ਬੜੀ ਅੱਛੀ ਜਾ ਸਾਹਿਬ ਨੇ ਗੱਲ ਕੀਤੀ ਹੈ ਕਿ ਡਾਕਟਰ ਦੇ ਮਸ਼ਵਰੇ ਦੇ ਨਾਲ ਚੱਲਦੇ ਨੇ, ਯਾਨੀ ਕਿ ਜਿਸ ਤਰ੍ਹਾਂ ਇੰਗਲਿਸ਼ ਬਰੀਡਾਂ ਨੇ ਅੱਜ ਕੱਲ੍ਹ ਸਾਡੇ ਨੌਜਵਾਨਾਂ ਨੂੰ ਦੂਸਰੇ ਦੋਸਤਾਂ ਨੂੰ ਵੀ ਇੰਨਾ ਸ਼ਊਰ ਆ ਚੁੱਕਿਆ ਹੈ ਕਿ ਉਹ ਜਾਨਵਰ ਦੀ ਜਿਹੜੀ ਆ ਪ੍ਰੋਪਰ ਰਖਵਾਲੀ ਕਰਦੇ ਨੇ, ਪ੍ਰੋਪਰ ਉਹਦੀ ਟੇਕ ਕੇਅਰ ਕਰਦੇ ਨੇ, ਹਰ ਤਰੀਕੇਕਾਰ ਦੇ ਨਾਲ ਉਹ ਚੱਲਦੇ ਨੇ। ਅਤੇ ਸਰ ਥੋੜ੍ਹਾ ਜਿਹਾ ਮੈਨੂੰ ਦੱਸਦੇ ਜਾਓ ਕਿ ਜਾਨਵਰ ਦੀ ਪ੍ਰਾਈਸ ਦੇ ਬਾਰੇ ਦੇ ਵਿੱਚ ਕਿ ਕਿੰਨੇ ਤੱਕ ਇਹ ਆਪਣਾ ਪਾਕਿਸਤਾਨੀ ਬੋਲੀ ਜਿਹੜਾ ਵਾ ਉਹ ਬੱਚਾ ਮਿਲ ਸਕਦਾ? जी बच्चे दे जेह्ड़े क्वालिटी होंदियां आपो आप जी हल्की क्वालिटी का 10,000 का भी मिल जाता। तो जे अगर चंगी क्वालिटी का लो तो 20 उत्ते उससे स्टार्ट हो जाता है, 25,000 का 30,000 का 40,000 तक बच्चा लगा जाता है, ठीक है। नितन के सेल हो जाता है। जे अगर चंगा लो तो वो भी जी मतलब 30-31 इंच की फीमेल है, तो नर जोड़ा है वो तकरीबन 33 इंच हो गए, 33-34 इंच उन्होंने बच्चा इन्हों का 30 ਤੋਂ 35,000 का 40 का भी मिल सकता, इन्हों का मिल जाता। ਤੇ ਸਰ ਕਈ ਜਾਨਵਰ ਐਸੇ ਵੀ ਹੁੰਦੇ ਨੇ ਜਿਹੜੇ ਮਤਲਬ ਇੱਕ ਫੇਸਬੁੱਕ 'ਤੇ ਮਸ਼ਹੂਰ ਹੋ ਜਾਂਦੇ ਜਾਂ ਦੂਸਰਾ ਮਤਲਬ ਲੜਾਈ ਦੇ ਵਿੱਚ ਮਸ਼ਹੂਰ ਹੋ ਜਾਂਦੇ, ਉਹਨਾਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਦੇਖਣ ਨੂੰ ਮਿਲਦਾ, ਤੇ ਉਹਦੀ ਕੀ ਵਜ੍ਹਾ ਹੁੰਦੀ ਹੈ? उनकी जी वजह इस तरह होंगी है क्योंकि कुत्ती होर होंगी है तो नर होर होंदा है, क्योंकि असी गल करने सही गलत गल आप नहीं करनी।
ਤੇ ਉਹ ਲੋਕੀ ਇਸ ਤਰ੍ਹਾਂ ਕਰਦੇ ਨੇ ਜੀ, ਵੀਡੀਓ ਬਣਾ ਕੇ ਚਾੜ ਦਿੱਤੀ, ਉਹ ਬੱਚਾ ਸੋਹਣਾ ਸੁਣਕ ਹੋਇਆ, ਅਗਲੇ ਬੰਦੇ ਨਹੀਂ ਪਤਾ ਹੁੰਦਾ ਵੀ ਇਹਦਾ ਮਾਂ ਪਿਓ ਕਿਸ ਤਰ੍ਹਾਂ ਦਾ ਹੈ, ਬਲੱਡ ਲਾਈਨ ਕਿਹੜੀ ਦਾ ਹੈ। ਠੀਕ ਹੈ, ਬੱਚਾ ਜਦ ਵੀ ਲਓ ਮਿਹਨਤ ਕਰਨੀ ਪੈਂਦੀ ਹੈ, ਕਾਫੀ ਮਿਹਨਤ ਕਰਨੀ ਪੈਂਦੀ ਹੈ ਬੱਚੇ ਤੇ, ਉਹਦੀ ਵੇਖ ਕੇ ਤਸੱਲੀ ਦੀ ਬਲੱਡ ਲਾਈਨ ਉਹਦੀ ਚੈੱਕ ਕਰੋ। ਠੀਕ ਹੈ, ਤੇ ਔਰ ਅੱਛੇ ਬੰਦੇ ਕੋਲ ਲੈਣਾ ਚਾਹੀਦਾ ਹੈ, ਜਿਹੜਾ ਬੰਦਾ ਇਤਬਾਰ ਵਾਲਾ ਹੋਵੇ ਉਹਦੇ ਕੋਲ ਲਾਓ, ਤੇ ਤੁਹਾਨੂੰ ਕਦੀ ਜਾਨਵਰ ਧੋਖਾ ਨਹੀਂ ਦੇਗਾ, ਵਫਾਦਾਰ ਹੀ ਨਿਕਲੇਗਾ। ਅੱਛਾ ਸਰ, ਮੈਨੂੰ ਥੋੜਾ ਜਿਹਾ ਦੱਸ ਜਾਓਗੇ, ਕਿਸੇ ਨਵਾਂ ਸ਼ੌਕ ਕਰਨ ਵਾਲਾ ਇਨਸਾਨ, ਉਹਨੂੰ ਬੁਲੀ ਦੇ ਬਾਰੇ 'ਚ ਨਹੀਂ ਪਤਾ, ਲੇਕਿਨ ਉਹਨੂੰ ਕਰੇਜ਼ ਬੜਾ ਵਾ ਕਿ ਮੈਂ ਬੁਲੀ ਰੱਖਣਾ ਵਾ, ਤੇ ਲੇਕਿਨ ਉਹਨੂੰ ਪੁਆਇੰਟਾਂ ਦਾ ਨਹੀਂ ਪਤਾ ਬੱਚੇ ਦਾ, ਕਿ ਕਿਉਂਕਿ ਜ਼ਾਰੀ ਗੱਲ ਹੈ ਕਿ ਬੱਚੇ ਦੇ ਮਾਪਿਓ ਨਹੀਂ ਦੇਖੇ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਵੱਡਾ ਹੋ ਕੇ ਕਿੱਦਾਂ ਦਾ ਬਣੇਗਾ ਜਾਂ ਕੀ ਇਹਦਾ ਸੀਨ ਹੋਏਗਾ। ਤੇ ਬੁਲੀ ਦੇ ਥੋੜੇ ਜਿਹੇ ਮੈਨੂੰ ਕੁਝ ਐਸੇ ਪੁਆਇੰਟ ਦੱਸਦੇ ਜਾਓ ਜਿਹੜਾ ਕੋਈ ਬੰਦਾ ਦੇਖ ਕੇ ਮੋਟੇ ਪੁਆਇੰਟ ਗਿਣ ਕੇ ਉਹਦੇ ਤੇ ਉਹ ਬੱਚਾ ਲੈ ਸਕੇ। ਉਹਦਾ ਜੀ ਇਸ ਤਰ੍ਹਾਂ ਹੀ ਹੈ, ਜੇ ਅਗਰ ਇਸ ਤਰ੍ਹਾਂ ਕਰਨਾ ਚਾਹੀਦਾ ਕੋਈ ਅਗਰ ਹੁੰਦਾ ਤੇ ਉਹਦਾ ਵੇਖੋ ਜੀ ਸਿਰ ਬੂਤ ਹੁੰਦਾ, ਵੇਖੋ ਗੁੱਲਰ ਦਾ ਲੰਬਿਆਣ ਸ਼ਮਿਆਣ ਵੇਖੋ ਵੀ ਲੰਬਾ ਕਿਤਨਾ ਹੈ, ਤੇ ਉਹਦੇ ਹੱਡ ਬਾਜ਼ ਜਿਹੜੇ ਨਾ ਲੱਤਾਂ ਲੁੱਤਾਂ ਉਹ ਯਾਨੀ ਕਿ ਮੋਟੀਆਂ ਹੋਣੀਆਂ ਚਾਹੀਦੀਆਂ, ਠੁੱਲੇ ਬਾਜ਼ੂ ਵਾਲਾ ਲਾਓ, ਡਬਲ ਬਾਡੀ ਦੇ ਵਿੱਚ, ਸਿੰਗਲ ਬਾਡੀ ਨਾਲ ਡਬਲ ਬਾਡੀ ਕੁੱਤਾ ਬੜਾ ਫਿੱਟ ਰਹਿੰਦਾ। ਹਾਂਜੀ, ਜ਼ਬਰਦਸਤ। ਤੇ ਮੈਨੂੰ ਥੋੜਾ ਜਿਹਾ ਦੱਸਦੇ ਜਾਓ ਕਿ ਪੁਰਾਣੇ ਬੋਲੀ ਜਿੱਦਾਂ ਕਿ ਸਾਡੇ ਚੱਲਦੇ ਹੁੰਦੇ ਸੀਗੇ, ਉਹਨਾਂ ਦੇ ਫੇਸ ਜਿਹੜੇ ਬਹੁਤ ਵੱਡੇ ਹੁੰਦੇ ਸੀਗੇ, ਮਤਲਬ ਉਹਨਾਂ ਦਾ ਮਾਸ ਮੂੰਹ ਤੋਂ ਲਮਕਿਆ ਹੁੰਦਾ ਸੀ, ਲੇਕਿਨ ਅੱਜ ਕੱਲ੍ਹ ਦੇ ਜਿਹੜੇ ਬੋਲੀ ਆ ਇਹਨਾਂ ਦੇ ਫੇਸ ਛੋਟੇ ਕਰਤੇ ਗਏ ਆ, ਇਹਨਾਂ ਦੀਆਂ ਮਤਲਬ ਜਿਹੜੀਆਂ ਵਾ ਪਿੱਛੋਂ ਲੰਬੀ ਇੰਨੀ ਜ਼ਿਆਦਾ ਨਹੀਂ ਹੁੰਦੀ, ਤੇ ਨਾਰਮਲ ਯਾਨੀ ਕਿ ਹਾਈਟਾਂ ਵੀ ਕਰਤੀਆਂ ਗਈਆਂ, ਤੇ ਇਹਦੀ ਕੀ ਵਜ੍ਹਾ ਵਾ, ਦੋਵਾਂ ਦੇ ਵਿੱਚ ਕੀ ਫਰਕ ਆ ਜਾਂਦਾ ਵਾ? ਜੀ ਉਹ ਦੇਸੀ ਬੋਲੀ ਜਿਹੜੇ ਆ ਨਾ ਉਹ ਤਕਰੀਬਨ ਨੂੰ ਬੜੇ ਲੰਮੇ ਟਾਈਮ ਲੜਦੇ ਆ ਨੂੰ। ਠੀਕ ਹੈ, ਤਾਂ ਉਹ ਠੱਡੀ ਬਰੀਡ ਆ, ਉਹਨਾਂ ਲੜਦਿਆਂ ਰਹਿਣਾ ਬਸ ਅੱਧਾ ਘੰਟਾ ਵੇਖਦੇ ਹੀ ਬੰਦਾ ਥੱਕ ਜਾਂਦਾ ਸੀ। ਠੀਕ ਹੋ ਗਿਆ, ਤਾਂ ਹੁਣ ਇੱਕ ਸਾਡੇ ਜਿਹੜੇ ਸ਼ਿਕਾਰੀ ਬਿਰਾਂ ਨੂੰ ਇਹਨਾਂ ਕਰਾਸ ਕਰਾ ਦਿੱਤੇ ਨੂੰ, ਮਤਲਬ ਵਿੱਚ ਕੁਝ ਇਕੱਠੇ ਕੋ ਗੋਲ ਟਾਇਰ ਇਸ ਤਰ੍ਹਾਂ ਕਰਕੇ ਬਈ ਕੁੱਤੇ ਜਦ ਪੇੜੇ ਵੱਢਦੇ ਨੇ ਜਲਦੀ ਫੈਸਲਾ ਹੋ ਜਾਵੇ 10-15 ਮਿੰਟਾਂ ਦੇ ਵਿੱਚ ਵਿੱਚ। ਗੇਮ ਨੂੰ ਸ਼ਾਰਟ ਕਰਤਾ। ਹਾਂਜੀ, ਇਸ ਤਰ੍ਹਾਂ ਕਰ ਦਿੱਤਾ ਗਿਆ, ਤਾਂ ਕਰਕੇ ਮਤਲਬ ਵਿੱਚ ਉਹ ਕਰਾਸ 'ਚ ਆ ਗਏ। ਅੱਛਾ, ਤੇ ਇਹਨਾਂ ਦੇ ਵਿੱਚ ਕੋਈ ਫਰਕ ਵੀ ਆਇਆ ਵਾ, ਜਿਹੜੇ ਅੱਜ ਕੱਲ੍ਹ ਅਸੀਂ ਬੁਲੀ ਦੇਖਣ ਨੂੰ ਮਿਲਦੇ ਜਿਨ੍ਹਾਂ 'ਚ ਇੰਗਲਿਸ਼ ਬਰੀਡਾਂ ਦਾ ਕਰਾਸ ਪਵਾਇਆ ਗਿਆ ਵਾ, ਤੇ ਜਾਂ ਪੁਰਾਣਿਆਂ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਤਾਕਤ ਦੇ ਵਿੱਚ ਜਾਂ ਫੁਰਤੀ ਦੇ ਵਿੱਚ ਕੋਈ ਫਰਕ ਆਇਆ ਖਾਸ ਤੌਰ ਤੇ? ਹਾਂਜੀ, ਇਹਨਾਂ ਦੇ ਵਿੱਚ ਫਰਕ ਹੈ ਸਹੀ, ਲੇਕਿਨ ਇਹ ਕੁੱਤੇ ਤਾਕਤ ਵਾਲੂ ਵੀ ਜ਼ਿਆਦਾ ਤੇ ਤੇਜ਼ ਵੀ ਬੜੇ ਨੂੰ ਜ਼ਿਆਦਾ, ਯਾਨੀ ਕਿ ਤੇਜ਼ ਤਰਾਜ਼ ਹੈ ਜਾਨਵਰ, ਇਸ ਵਾਸਤੇ ਕਰਕੇ ਜਿੰਨਾ ਫਰਕ ਆ ਗਿਆ। ਤੇ ਸਰ ਥੋੜਾ ਜਿਹਾ ਮੈਨੂੰ ਇਹਨਾਂ ਦੀ ਤਿਆਰੀ ਦੇ ਬਾਰੇ ਦੱਸ ਜਾਓ, ਜਿੱਦਾਂ ਹਰ ਇੱਕ ਜਾਨਵਰ ਦੀ ਮਤਲਬ ਇੱਕ ਸਰਕਲ ਹੁੰਦਾ ਵਾ, ਉਹ ਜਾਨਵਰ ਨੂੰ ਅਗਰ ਇੰਗਲਿਸ਼ ਬਰੀਡਾਂ ਲੈ ਲਈਆਂ ਜਾਣ ਤੇ ਉਹਨਾਂ ਨੂੰ ਰਿੰਗ ਤੋਂ ਉਤਾਰਨ ਤੋਂ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਕਰਾਈ ਜਾਂਦੀ ਹੈ। ਇਹ ਜਾਨਵਰ ਜ਼ਾਹਰੀ ਗੱਲ ਹੈ ਰਖਵਾਲੀ ਵਾਸਤੇ ਹੁੰਦੇ ਆ ਜਾਂ ਪਿੰਡ ਦੇ ਵਿੱਚ ਲੜਨ ਵਾਸਤੇ ਹੁੰਦੇ ਆ, ਤੇ ਇਹਨਾਂ ਦੀ ਤਿਆਰੀ ਦੇ ਵਿੱਚ ਤੁਸੀਂ ਕੀ ਕਰਵਾਉਂਦੇ ਹੋ? ਇਹਨਾਂ ਦੀ ਤਿਆਰੀ ਦੇ ਰਖਵਾਲੀ ਵਾਸਤੇ ਇਸ ਤਰ੍ਹਾਂ ਹੁੰਦੀ ਹੈ ਜੀ, ਜਦੋਂ ਅਸੀਂ ਕੁੱਤਾ ਲੜਾਉਂਦੇ ਆ ਨਾ, ਜੇ ਅਗਰ ਰਖਵਾਲੀ ਕਰਾਉਣੀ ਹੋਵੇ ਤਾਂ ਅਸੀਂ ਮੁੜ ਲੜਾਉਂਦੇ ਨਹੀਂ, ਕਿਉਂਕਿ ਕੁਛ ਕੁੱਤੇ ਐਸੇ ਹੁੰਦੇ ਜਦੋਂ ਲੜਨ ਲੱਗ ਪੈਂਦੇ ਨੇ ਉਹ ਕੁਛ ਨਹੀਂ ਕਹਿੰਦੇ। ਹੁਣ ਜਿਸ ਤਰ੍ਹਾਂ ਸਾਡਾ ਕੁੱਤਾ ਲੜਦਾ, ਤੁਸੀਂ ਕੋਲ ਖੜੇ ਕਰੀਬ ਇਨਸਾਨਾਂ ਤੋਂ ਦੂਰ ਹੋ ਜਾਂਦਾ। ਹਾਂਜੀ, ਇਹ ਕੁਛ ਨਹੀਂ ਕਹਿੰਦੇ ਫਿਰ ਉਹ, ਜੇ ਅਗਰ ਇਹਨਾਂ ਲੜਾਈ ਵਾਲੇ ਪਾਸੇ ਨਾ ਲੈ ਜਾਵੇ ਤਾਂ ਫਿਰ ਵੱਢਣ ਪਾਉਂਦੇ ਨੇ। ਕਈ ਇਸ ਤਰ੍ਹਾਂ ਹੁੰਦੇ ਨੇ, ਮਤਲਬ ਲੜਦੇ ਵੀ ਹੋਣ ਤੋਂ ਤਾਂ ਵੀ ਫਿਰ ਵੀ ਬੰਦੇ ਨਾਲ ਵੱਢਣ ਪਾ ਜਾਂਦੇ ਨੇ। ਬਾਕੀ ਤਿਆਰੀ ਦੇ ਹਵਾਲੇ ਨਾਲ ਇਸ ਤਰ੍ਹਾਂ ਜੀ, ਸਾਡੇ ਕੋਲ ਤਾਂ ਦੇਸੀ ਘਿਓ ਹੋਏ ਸੀ, ਉਹ ਦਿੰਦੇ ਆ। ਠੀਕ ਇਹਨਾਂ ਨੂੰ, ਉਹਦੇ ਨਾਲ ਕੁੱਤਾ ਠੰਡਾ ਵੀ ਰਹਿੰਦਾ ਹੈ, ਗਰਮੀ ਸ਼ਰਮੀ ਨਹੀਂ ਕਰਦਾ, ਤਾਕਤ 'ਚ ਹੀ ਹੋ ਜਾਂਦਾ। ਤੇ ਬਾਕੀ ਗੋਸ਼ਤ ਹੈ, ਗੋਸ਼ਤ ਦੇ ਵੀ ਅਸੀਂ ਮਤਲਬ ਸਬਜ਼ੀ ਕੋਈ ਸ਼ਾਇਦ ਗਾਜਰ ਵਗੈਰਾ ਹੋ ਗਈ ਜਾਂ ਕੱਦੂ ਜਾਂ ਇਸ ਤਰ੍ਹਾਂ ਕਰਕੇ ਨਾ, ਜਿਹੜੀ ਸਬਜ਼ੀ ਹੈ ਠੰਡੀਆਂ, ਉਹ ਅਸੀਂ ਵਿੱਚ ਪਾ ਕੇ ਤੇ ਕਾਲੀ ਮਿਰਚ ਪਾ ਕੇ ਇਸ ਤਰ੍ਹਾਂ ਬਣਾ ਕੇ ਨਾ, ਉਹ ਇਹਨਾਂ ਨੂੰ ਖਵਾਉਂਦੇ ਆ, ਵਿੱਚ ਰੋਟੀ ਪਾ ਲੈਣੀ, ਉਹ ਇਹਨਾਂ ਨੂੰ ਖਵਾਉਣੀ। ਤੇ ਬਾਕੀ ਅਸੀਂ ਗੋਸ਼ਤ ਲੈ ਕੇ ਆਪਣਾ ਹੱਡੀ ਲੈ ਲਵੀਏ, ਜੇ ਹੱਡ ਲੈ ਲਵੀਏ ਤਾਂ ਉਹ ਫਿਰ ਇਹਨਾਂ ਨੂੰ ਖਵਾਉਂਦੇ ਸ਼ਵਾਉਂਦੇ ਆ, ਤੇ ਉਹ ਸਾਰਾ ਦਿਨ ਲੱਗੇ ਰਹਿੰਦੇ ਨੇ, ਤਾਂ ਇਸ ਨਾਲ ਇਹਨਾਂ ਦਾ ਮੂੰਹ ਸ਼ੂ ਪੱਕ ਜਾਂਦਾ ਹੈ। ਤੇ ਬਾਕੀ ਇਹਨਾਂ ਨੂੰ ਕੋਈ 10 ਤੋਂ 15 ਕਿਲੋਮੀਟਰ ਡੇਲੀ ਇਹਨਾਂ ਨੂੰ ਭਜੀਂਦਾ ਹੈ, ਚਾਹੇ ਪੈਦਲ ਚਾਹੇ ਮੋਟਰਸਾਈਕਲ ਨਾਲ, ਇਹਨਾਂ ਦਾ ਟੋਰਾ ਫੇਰਾ ਲਾਜ਼ਮਨ ਕਰਾਂਦਾ ਹੈ। ਤੇ ਉਸ ਤੋਂ ਬਾਅਦ ਕੁੱਤਾ ਲਿਆ ਕੇ ਤੇ ਫਿਰ ਇੱਕ ਬੰਦਾ ਮਾਲਿਸ਼ ਕਰੇ ਸੀ, ਤੇਲ ਤਾ ਕੇ ਮਤਲਬ ਵਿੱਚ ਉਹਦੇ ਨਾਲ ਇਹਨੂੰ, ਜਿਸ ਤਰ੍ਹਾਂ ਪਹਿਲਵਾਨ ਕਰਦੇ ਨੇ ਬਿਲਕੁਲ ਇਸ ਤਰ੍ਹਾਂ ਮਾਲਸ਼ਾਂ ਕਰਦੇ ਆ, ਤਾਂ ਕੁੱਤਾ ਫਿਰ ਤਿਆਰੀ ਹੁੰਦਾ ਹੈ ਤਿਆਰੀ ਦੇ ਵਿੱਚ। ਹਾਂਜੀ, ਤੇ 2 ਤੋਂ 2.5 ਮਹੀਨੇ ਅਸੀਂ ਪਹਿਲੇ ਸ਼ੁਰੂ ਕਰ ਦਿੰਦੇ ਹਾਂ ਇਹਦੀ ਤਿਆਰੀ। ਤੇ ਸਰ ਕੁਛ ਮੈਂ ਹਜ਼ਰਾਤ ਨੇ ਵੀ ਦੇਖਿਆ, ਕੁਛ ਵੀਡੀਓ ਦੇ ਵਿੱਚ ਵੀ ਦੇਖਿਆ, ਕੁਝ ਲੋਕਾਂ ਤੋਂ ਸੁਣਿਆ ਵੀ ਹੈ, ਦੇਖਿਆ ਵੀ ਹੈ ਕਿ ਕੁਝ ਲੋਕ ਜਿਹੜਾ ਇਹਨਾਂ ਦੀ ਨਹਿਰ ਦੇ ਵਿੱਚ ਵੀ ਤਿਆਰੀ ਕਰਵਾਉਂਦੇ ਨੇ, ਤੇ ਉਹ ਥੋੜਾ ਜਿਹਾ ਦੱਸਦੇ ਜਾਓ ਨਾਜ਼ਰੀਨ ਨੂੰ ਕਿ ਉਹਦਾ ਕੀ ਮਕਸਦ ਹੁੰਦਾ ਹੈ? ਉਹਦਾ ਜੀ ਇਸ ਤਰ੍ਹਾਂ ਹੁੰਦਾ, ਕੁੱਤੇ ਦੇ ਅੱਗੋਂ ਪਾਣੀ ਸੀਨੇ ਤੇ ਪਾਉਂਦਾ, ਕੁੱਤਾ ਜ਼ੋਰ ਮਾਰਦਾ, ਇਸ ਤਰ੍ਹਾਂ ਕਰਕੇ ਨਾ ਹੁੰਦਾ ਉਹ ਜਲਦੀ ਮਤਲਬ ਸਾਹ ਪੱਕਦਾ ਹੈ। ਇਸ ਤਰ੍ਹਾਂ ਹੁੰਦੇ ਨੇ ਕੁਛ ਬੰਦੇ, ਇਸ ਤਰ੍ਹਾਂ ਕਰਦੇ ਨੇ, ਗੱਡੀ ਦਾ ਟਾਇਰ ਲੈ ਕੇ ਮਗਰੋਂ ਬੰਨ ਲਿਆ, ਠੀਕ ਹੈ, ਉਹ ਉਸ ਕੋਲ ਦਰਕਾਇਆ ਸ਼ਿਰਕਾਇਆ ਕੁੱਤਾ ਜ਼ੋਰ ਮਾਰੇ ਤੇ ਮਤਲਬ ਕੁੱਤੇ ਦਾ ਸਾਹ ਦਮ ਪੱਕੇ, ਉਹ ਇਸ ਤਰ੍ਹਾਂ ਕਰਦੇ ਨੇ। ਲੇਕਿਨ ਸਾਡਾ ਜਿਹੜਾ ਮਾਹੌਲ ਹੈ, ਜਟਕਾ ਮਾਹੌਲ ਹੈ, ਇੱਥੇ ਅਸੀਂ ਇਸ ਤਰ੍ਹਾਂ ਕੋਈ ਨਹੀਂ ਕਰਦੇ। ਸਾਡੇ ਕੁੱਤੇ ਤਕਰੀਬਨ ਬਾਲੇ ਛੁੜੇ ਹੀ ਰਹਿੰਦੇ ਨੇ, ਅਸੀਂ ਰਾਤ ਨੂੰ ਖੁੱਲ੍ਹੇ ਕਰ ਦਿੰਦੇ ਹਾਂ, ਤੇ ਦਿਨੇ ਵੀ ਤਕਰੀਬਨ ਜੇ ਕੁੱਤਾ ਕੁਛ ਨਾ ਕਹਿੰਦਾ ਹੋਵੇ ਤਾਂ ਖੁੱਲ੍ਹਾ ਹੀ ਰਹਿੰਦਾ ਹੈ। ਇੱਥੇ ਲੱਕੜ ਦਾ ਆਪੇ ਤਿਆਰੀ ਹੁੰਦੀ। ਹਾਂਜੀ। ਤੇ ਸਰ ਥੋੜਾ ਜਿਹਾ ਮੈਨੂੰ ਦੱਸਦੇ ਜਾਓ ਕਿ
ਵੈਕਸੀਨੇਸ਼ਨ ਦੇ ਬਾਰੇ ਦੇ ਵਿੱਚ ਤੁਸੀਂ ਵੈਕਸੀਨੇਸ਼ਨ ਇਹਨਾਂ ਦੀ ਪ੍ਰੋਪਰ ਤਰੀਕੇ ਨਾਲ ਕਰਵਾਉਂਦੇ ਹੋ ਜਾਂ ਮਤਲਬ ਕਿ ਇਸ ਤਰ੍ਹਾਂ ਹੀ ਰਹਿੰਦੇ ਆ? ਕਿਉਂਕਿ ਇਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਕਿ ਇਹਨਾਂ ਦਾ ਇਮਿਊਨ ਸਿਸਟਮ ਬੜਾ ਸਟਰੋਂਗ ਹੁੰਦਾ ਵਾ ਦੂਸਰੀਆਂ ਇੰਗਲਿਸ਼ ਬਰੀਡਾਂ ਦੇ ਮੁਕਾਬਲੇ, ਤੇ ਇਹ ਸਰਵਾਈਵ ਕਰ ਪਾਉਂਦੇ ਆ। ਇਹਨਾਂ ਜੀ ਦੇ ਅਸੀਂ ਵੈਕਸੀਨ ਦਾ ਵਗੈਰਾ ਜਿਹੜਾ ਨਾ ਜਦੋਂ ਇਹ 2 ਮਹੀਨਿਆਂ ਤੋਂ ਕਰਾਸ ਹੁੰਦਾ ਨਾ ਬੱਚਾ, ਉਦੋਂ ਅਸੀਂ ਇਹਨਾਂ ਦੀ ਕਰਾਸ ਹਟਾਉਂਦੇ ਹਾਂ। ਉਸ ਤੋਂ ਬਾਅਦ ਇਹਨਾਂ ਦੀ ਵੈਕਸੀਨ ਕੋਈ ਨਹੀਂ ਕਰਾਉਂਦੇ। ਉਹ ਕੋਈ ਮਤਲਬ ਵਿੱਚ ਥੋੜਾ ਬਾਲਾ ਮਸਲਾ ਆਵੇ ਤਾਂ ਡਾਕਟਰ ਦੇ ਮਸ਼ਵਰੇ ਨਾਲ ਕਰਨਾ ਵੀ ਚਾਹੀਦਾ ਹੈ, ਤੇ ਡਾਕਟਰ ਦੇ ਮਸ਼ਵਰੇ ਨਾਲ ਅਸੀਂ ਜਿਹੜਾ ਨਾ ਦਵਾਈ ਦੂਈ ਲੈ ਕੇ ਦੇ ਦਿੰਦੇ ਹਾਂ। ਤੇ ਬਾਕੀ ਜੈਂਟਲ ਸਿਰਪ ਹੈ ਉਹ ਅਸੀਂ ਨਾ ਤਕਰੀਬਨ ਕੁਛ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਅਸੀਂ ਉਹ ਨਾ ਇਹਨਾਂ ਦਾ ਅੰਦਰੋਂ ਪੇਟ ਵਾਸ਼ ਕਰਾਉਣ ਕੜੋ ਅਸੀਂ ਇਹਨਾਂ ਨੂੰ ਦੇ ਦਿੰਦੇ ਹਾਂ। ਉਹ ਜਿਵੇਂ ਇਸ ਤਰ੍ਹਾਂ ਦੇ ਉਹਨਾਂ ਦੁੱਧ 'ਚ ਬਹਿ ਕੇ ਨਾ ਤੇ ਵਿੱਚ ਥੋੜਾ ਜਿਹਾ ਮਿੱਠੀ ਸ਼ਹਿਰ ਲਾ ਕੇ ਤੇ ਉਹ ਇਹਨਾਂ ਨੂੰ ਦੇ ਦਿੰਦੇ ਹਾਂ, ਇਹ ਅੰਦਰੋਂ ਵਾਸ਼ ਹੋ ਜਾਂਦੇ ਨੇ ਤੇ ਅੱਲਾ ਫਿਰ ਫਿੱਟ ਰਹਿੰਦੇ ਨੇ, ਕੋਈ ਮਸਲਾ ਹੀ ਨਹੀਂ ਇਹਨਾਂ ਦਾ ਹੁੰਦਾ। ਜ਼ਬਰਦਸਤ ਹੈ। ਤੇ ਸਰ ਥੋੜਾ ਜਿਹਾ ਮੈਨੂੰ ਦੱਸਦੇ ਜਾਓ ਕਿ ਜਦੋਂ ਪਿੰਡ ਦੇ ਵਿੱਚ ਕੁੱਤੇ ਉਤਰਦੇ ਨੇ ਤੇ ਹਰ ਕੁੱਤੇ ਦਾ ਜਿਹੜਾ ਹੁੰਦਾ ਵਾ ਇੱਕ ਖਾਸ ਮਖਸੂਸ ਪੁਆਇੰਟ ਹੁੰਦਾ ਮੋਸਟਲੀ, ਕਿ ਉਹ ਕੁੱਤਾ ਕੋਈ ਡੋਲਿਨ ਲੱਗਦਾ ਵਾ, ਕੋਈ ਮਤਲਬ ਜਬੜਨ ਲੱਗਦਾ ਵਾ, ਕੋਈ ਮਤਲਬ ਕਿਤੇ ਲੱਗ ਜਾਂਦਾ, ਕੋਈ ਕਿਤੇ ਲੱਗ ਜਾਂਦਾ। ਤੇ ਇਹ ਜਿਹੜੇ ਪੁਆਇੰਟ ਹੁੰਦੇ ਇਹ ਆਪ ਸਿਖਾਣੇ ਪੈਂਦੇ ਕੁੱਤੇ ਨੂੰ ਜਾਂ ਕੁੱਤੇ ਦੇ ਬਲੱਡ ਦੇ ਅੰਦਰ ਹੀ ਹੁੰਦੇ, ਟ੍ਰੇਨਿੰਗ ਦੇ ਵਿੱਚ ਹੀ ਉਹ ਸਿੱਖ ਜਾਂਦਾ? ਬਸ ਜੀ ਇਹਨਾਂ ਦੇ ਟ੍ਰੇਨਿੰਗ ਵਿੱਚ ਹੀ ਹੁੰਦਾ। ਕੁਝ ਕੁੱਤੇ ਐਸੇ ਨੂੰ ਜਿਹੜੇ ਪਿੱਛੋਂ ਪੁੱਛਲ ਤੋਂ ਹੀ ਪੈ ਜਾਂਦੇ ਨੇ, ਤੇ ਕੁਝ ਕੁੱਤੇ ਸਿਰ ਨਾਲ ਲੜਦੇ ਨੇ, ਕੁਝ ਕੁੱਤੇ ਲੱਤਾਂ ਤੇ ਲੜਦੇ ਨੇ। ਇਹ ਇਹਨਾਂ ਦਾ ਆਪਣਾ ਹੀ ਬਸ ਜਿਹੜਾ ਨੇ ਕੁੱਤੇ ਦਾ ਫਨ ਹੁੰਦਾ ਹੈ। ਜੇ ਅਗਰ ਕੋਈ ਕੁੱਤੇ ਐਸੇ ਹੁੰਦੇ ਨੇ ਅਗਰ ਸਿਰ ਨਾਲ ਕੁੱਤਾ ਨਾ ਪਹੁੰਚ ਸਕੇ ਤਾਂ ਲੱਤਾਂ ਨੂੰ ਪੈ ਜਾਂਦਾ ਹੈ, ਠੀਕ ਹੈ ਨਾ, ਤੇ ਉਹ ਫੇਰ ਹੀ ਕੁੱਤੇ ਨੂੰ ਕਵਰ ਕਰਦਾ ਲੱਤਾਂ ਨੂੰ, ਠੀਕ ਹੈ। ਤੇ ਕੁੱਤਾ ਡਾਡਾ ਤੋਂ ਹੀ ਹੁੰਦਾ ਕਿਹੜਾ ਕੁੱਤਾ ਲੱਤ ਵੀ ਮਾਰੇ ਸਿਰ ਵੀ ਮਾਰੇ, ਹਰ ਪਾਸੇ ਕੁੱਤਾ ਲੜੇ, ਉਹ ਕੁੱਤਾ ਫਿੱਟ ਹੁੰਦਾ। ਹਾਂਜੀ। ਤੇ ਸਰ ਥੋੜਾ ਜਿਹਾ ਮੈਨੂੰ ਦੱਸਦੇ ਜਾਓ ਇਹਨਾਂ ਦੇ ਬੱਚਿਆਂ ਦੇ ਬਾਰੇ ਦੇ ਵਿੱਚ ਕਿ ਜਿੱਦਾਂ ਦੂਸਰੀਆਂ ਬਰੀਡਾਂ ਨੇ, ਇੰਗਲਿਸ਼ ਬਰੀਡਾਂ ਨੇ, ਉਹਨਾਂ ਦੇ ਵਿੱਚ ਜਿਹੜੀ ਆ ਉਹ ਮਾਂ ਦਾ ਦੁੱਧ ਤਕਰੀਬਨ 40 ਦਿਨ ਉਹਨਾਂ ਨੂੰ ਪਿਲਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਵਾ ਫੀਡ ਵਗੈਰਾ ਸਟਾਰਟ ਕਰਵਾ ਦਿੰਦੇ ਨੇ। ਤੇ ਇਹਨਾਂ ਦੇ ਵਿੱਚ ਇੱਦਾਂ ਦਾ ਕੀ ਰੁਝਾਨ ਹੈ? ਅਸੀਂ ਜੀ ਇਸ ਤਰ੍ਹਾਂ ਕਰਦੇ ਹਾਂ, ਜਦੋਂ ਮਾਂ ਦੇ ਬੱਚਾ ਦੁੱਧ ਤੋਂ ਵਿਹਲਾ ਹੋਵੇ ਨਾ ਉਦੋਂ ਨੂੰ ਅਸੀਂ ਇਸ ਕਰਦੇ ਹਾਂ ਮਾਂ ਦਾ ਦੁੱਧ ਛੱਡਦੇ ਹੋਏ ਅਸੀਂ ਦੁੱਧ ਸ਼ੁੱਧ ਪਾਉਂਦੇ ਹਾਂ, ਠੀਕ ਹੈ। ਤੇ ਬਾਲਾ ਅਸੀਂ ਕਰੀਏ ਤੇ ਵਿੱਚ ਬਿਸਕਟ ਵਗੈਰਾ ਲੈ ਲੈਂਦੇ ਹਾਂ, ਉਹ ਪਾਉਂਦੇ ਹਾਂ ਕਿ ਜਦੋਂ ਰੋਟੀ ਪਾਣੀ ਹੈ ਨਾ ਛੋਟਾ ਬੱਚਾ ਪੇਟ ਵਧਾ ਜਾਂਦਾ ਹੈ, ਤੇ ਉਹ ਅਸੀਂ ਜ਼ਿਆਦਾ ਕਰਾਉਂਦੇ ਹਾਂ। ਜਦੋਂ 3 ਮਹੀਨਿਆਂ ਤੋਂ ਕਰਾਸ ਹੁੰਦਾ ਬੱਚਾ ਉਦੋਂ ਅਸੀਂ ਰੋਟੀ ਛੋਟੀ ਉਹਨੂੰ ਥੋੜੀ ਬਾਲੀ ਵਿੱਚ ਪਾ ਕੇ ਸ਼ੁਰੂ ਕਰ ਦਿੰਦੇ ਹਾਂ ਜੀ। ਹਾਂਜੀ। ਜ਼ਬਰਦਸਤ ਹੈ। ਤੇ ਮੈਨੂੰ ਥੋੜਾ ਜਿਹਾ ਨਾ ਦੱਸਦੇ ਜਾਓ ਕਿ ਫੀਮੇਲ ਦੇ ਬਾਰੇ 'ਚ ਵਿੱਚ ਜਦੋਂ ਹੀਟ ਤੇ ਆਉਂਦੀ ਹੈ ਤੇ ਕਿੰਨੇ ਦਿਨਾਂ ਬਾਅਦ ਤੁਸੀਂ ਜਿਹੜੀ ਆ ਬੁਲੀ ਦਾ ਸਰਕਲ ਸਿਸਟਮ ਜਿਹੜਾ ਉਹ ਕ੍ਰਾਸ ਕਰਵਾਉਂਦੇ ਹੋ? ਜੇ ਅਸੀਂ ਵਾਰ ਤਰੀਕ ਯਾਦ ਰੱਖਦੇ ਹਾਂ, ਜਦੋਂ ਕੁੱਤੀ ਰਾਤ ਸੱਟਣ ਲੱਗੇ ਨਾ ਫਿਰ ਅਸੀਂ ਕਵਰ ਕਰ ਲੈਂਦੇ ਹਾਂ। ਤੇ ਜਦੋਂ 13ਵੇਂ ਦੇ ਹੁੰਦਾ ਨਾ ਉਦੋਂ ਅਸੀਂ ਕੁੱਤਾ ਕ੍ਰਾਸ ਕਰਾਉਂਦੇ ਹਾਂ। ਕੁਛ ਕੁੱਤੀਆਂ ਐਸੀਆਂ ਜਿਹੜੀਆਂ ਮਤਲਬ ਵਿੱਚ ਨਾ ਰਾਤ ਤਕਰੀਬਨ 20 ਦੇ ਵੀ ਸੱਟੀ ਰੱਖਦੀਆਂ ਨੂੰ, ਲੇਕਿਨ ਉਹਨਾਂ ਸਾਡੇ ਬਿਰਾਵਾਂ ਨੂੰ ਕੋਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਦੋਂ 13ਵਾਂ ਦਿਨ ਹੋਵੇ ਕੁੱਤਾ ਕ੍ਰਾਸ ਕਰਾ ਲਓ, ਅੱਲਾ ਕਰੇਗਾ ਰਹਿ ਜਾਏਗਾ, ਠੀਕ ਹੈ। ਜੇ ਅਗਰ ਕੋਈ ਕੁੱਤੀ ਕਿਸੇ ਬਿਰਾ ਦੀ ਨਾ ਰਹਿੰਦੀ ਹੋਵੇ ਤਾਂ ਉਹਦਾ ਇਸ ਤਰ੍ਹਾਂ ਕਰੋ ਜੀ, ਕੁੱਤਾ ਜਿਵੇਂ ਕ੍ਰਾਸ ਕਰਾਓ ਉਹਦੇ ਕੰਨਾਂ 'ਚ ਮਿੱਟੀ ਸ਼ਿੱਟੀ ਪਾਓ, ਕੁੱਤੀ ਕਾਣ ਛਾਣ ਛਣਸੀ ਗਈ ਤੇ ਕੁੱਤੀ ਰਹਿ ਜਾਸੀ, ਜਾਂ ਪਿਛਲੀਆਂ ਲੱਤਾਂ ਤੋਂ ਫਾਦ ਕੇ ਥੋੜਾ ਜਿਹਾ ਚਾਹ ਕੇ ਥੋੜੀ ਜਿਹੀ ਛਣਕਾ ਸੱਟੋ ਤੇ ਦਸਤੀ ਪਾਣੀ ਠੰਡਾ ਹੋਵੇ ਜਿਹੜਾ ਕੁੱਤੇ ਦੇ ਉੱਤੇ ਵਗਾਓ। ਜੇ ਅਗਰ ਕੋਈ ਹੋਰ ਫਿਰ ਵੀ ਨਾ ਰਵੇ ਤੇ ਥੋੜਾ ਜਿਹਾ ਗੁੜ ਪੀ ਲੈਣਾ ਕੁੱਤੀ ਤੇ ਕੁੱਤਾ ਕ੍ਰਾਸ ਕਰਾ ਕੇ ਉਹਦੀ ਸਿਹਤ ਰੇ ਜੈਸੇ ਕੁੱਤਾ ਕ੍ਰਾਸ ਹੋ ਰਹਿਣਾ ਸਿਹਤ ਰੇ ਥੋੜਾ ਜਿਹਾ ਰਹਿ ਵਿੱਚ ਗੁੜ ਦਾਰ ਛੱਡਣਾ ਹੈ, ਅੱਲਾ ਕਰੇਗਾ इंशाल्लाह ਕੁੱਤੀ ਰਹਿ ਜਾਏਗੀ। ਮਾਸ਼ਾਅੱਲਾ ਜੀ, ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਹਾਲੇ ਤੱਕ ਦਿੱਤੀ ਹੈ ਬਹੁਤ ਹੀ ਜ਼ਬਰਦਸਤ ਸੀਗੀ ਤੇ ਮੇਰੇ ਵੀ ਤੇ ਉਮੀਦ ਕਰਦਾ ਤੁਹਾਡੇ ਵੀ ਇਲਮ ਦੇ ਵਿੱਚ ਇਜ਼ਾਫਾ ਹੋਇਆ ਹੋਗਾ। ਤੇ ਸਰ ਅਗਰ ਵੀਡੀਓ ਦੇ ਇਖਤਤਾਮ ਦੇ ਵਿੱਚ ਤੁਸੀਂ ਸ਼ਿਕਾਰੀ ਭਾਈਆਂ ਦੇ ਨਾਮ ਕੋਈ ਪੈਗਾਮ ਦੇਣਾ ਚਾਹੋ ਤਾਂ ਜ਼ਰੂਰ। ਬਸ ਜੀ ਸਾਡਾ ਤਾਂ ਇਹ ਪੈਗਾਮ ਵੀ ਸ਼ੌਕ ਸ਼ਿਕਾਰ ਸਾਰੇ ਬਿਰਾਵਾਂ ਦਾ ਰਲ ਕੇ ਹੀ ਹੈ, ਰਲ ਕੇ ਕਰਨਾ ਚਾਹੀਦਾ, ਕਿਸੇ ਨੇ ਇੱਕ ਦੂਜੇ ਦੇ ਮੁਖਾਲਿਫ ਹੋਣਾ ਹੀ ਨਹੀਂ ਚਾਹੀਦਾ, ਠੀਕ ਹੈ ਨਾ। ਰਲ ਕੇ ਸ਼ੌਕ ਸ਼ਿਕਾਰ ਕਰੋ। ਜੇ ਅਗਰ ਜਾਨਵਰ ਘਟਦਾ ਤੇ ਉਹ ਬਿਲਕੁਲ ਜਿਹੜਾ ਕੋਈ ਮਸਲਾ ਨਹੀਂ ਘਟ ਜਾਵੇ, ਲੇਕਿਨ ਜਿਹੜਾ ਐਵੇਂ ਬਿਲਾ ਵਜ੍ਹਾ ਕੱਟਣਾ ਨਾ ਕਿਸੇ ਦਾ ਜਾਨਵਰ ਉਹ ਗੱਲ ਨਹੀਂ ਅੱਛੀ। ਤਿਆਰੀ ਬੜੀ ਔਖੀ ਹੈ ਕਿਉਂਕਿ ਹਰ ਬੰਦੇ ਦਾ ਦਿਲ ਕਰਦਾ ਵੀ ਮੈਂ ਸ਼ੌਕ ਸ਼ਿਕਾਰ ਕਰਾਂ, ਕਿਸੇ ਬੰਦੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ। ਬਸ ਇਹੀ ਹੈ ਪੈਗਾਮ। ਬੜੀ ਮਿਹਰਬਾਨੀ ਸਰ। ਉਮੀਦ ਕਰਦਾ ਅੱਜ ਦੀ ਵੀਡੀਓ 'ਚ ਤੁਹਾਨੂੰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਦੇਖਣੇ ਸੁਣਨੇ ਤੇ ਜਾਣਨ ਨੂੰ ਮਿਲੀ ਹੋਏਗੀ। ਤੇ ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਇਜਾਜ਼ਤ दीजिए। अल्लाह हाफिज़।